जी बेटा जी स्वागत है ਤੁਹਾਡਾ एक बार फिर ਅੱਜ ਦੀ ਇਸ ਵੀਡੀਓ ਵਿੱਚ ਆਪਾਂ ਤੁਹਾਡੇ ਲਈ 10ਵੀਂ ਜਮਾਤ ਲਈ ਜਾਂ ਜਿਹੜੇ ਬੱਚੇ ਬੇਟਾ NTSC ਦੀ ਤਿਆਰੀ ਕਰ ਰਹੇ ਆ ਉਹਨਾਂ ਲਈ ਆਪਾਂ NTSC 2020 ਜਿਹੜਾ ਪਿਛਲੇ ਸੈਸ਼ਨ ਦੌਰਾਨ ਹੋਇਆ ਸੀਗਾ 20 ਦਸੰਬਰ ਨੂੰ NTSC 2020 ਸਟੇਟ ਲੈਵਲ ਟੈਸਟ ਦੇ ਵਿੱਚੋਂ ਰਾਜ ਪੱਧਰੀ ਪ੍ਰੀਖਿਆ ਦੇ ਵਿੱਚੋਂ ਸਾਇੰਸ ਪੋਰਸ਼ਨ ਜਿਹੜਾ ਤੁਹਾਡੇ ਲਈ ਹੱਲ ਕਰਾਂਗੇ। ਤਾਂ ਬੇਟਾ ਇਸ ਵੀਡੀਓ ਨੂੰ ਬੜੇ ਧਿਆਨ ਨਾਲ ਤੁਸੀਂ ਸਮਝਣਾ ਹੈ ਕਿਹੋ ਜਿਹੇ ਕੁਐਸਚਨ ਤੁਹਾਨੂੰ ਸਾਇੰਸ ਵਿਸ਼ੇ ਦੇ ਪੁੱਛੇ ਜਾ ਸਕਦੇ ਆ ਉਹ ਇਸ ਵੀਡੀਓ ਨੂੰ ਦੇਖ ਕੇ ਧਿਆਨ ਨਾਲ ਤੁਹਾਨੂੰ ਪਤਾ ਲੱਗ ਜਾਏਗਾ ਤਾਂ ਕਿ ਤੁਸੀਂ ਜਿਹੜੀ ਆਪਣੀ ਤਿਆਰੀ ਵੈਸੇ ਤਾਂ ਤੁਸੀਂ ਮੁਕੰਮਲ ਕਰ ਲਈ ਹੈ ਤਾਂ ਕਿ ਤੁਹਾਨੂੰ ਇਹ ਪਤਾ ਲੱਗ ਜਾਏ ਵੀ ਸਾਇੰਸ ਵਿਸ਼ੇ ਦੇ ਜਿਹੜੇ 40 ਕੁਐਸਚਨ ਆਪਾਂ ਨੂੰ ਪੁੱਛੇ ਜਾਣਗੇ ਉਹ ਕਿਸ ਲੈਵਲ ਦੇ ਹੋਣਗੇ। ਕਰੀਏ ਸਟਾਰਟ। ਫਸਟ ਕੁਐਸਚਨ ਤੋਂ ਪਹਿਲਾ ਕੁਐਸਚਨ, ਦਿੱਤੇ ਹੋਏ ਸਰਕਟ ਵਿੱਚ ਕੁੰਜੀ ਕੇ ਖੁੱਲ੍ਹੀ ਰੱਖਣ ਅਤੇ ਬੰਦ ਕਰਨ ਬਾਅਦ ਵਿੱਚ ਕੁੰਜੀ ਨੂੰ ਬੰਦ ਕਰਨ ਤੇ A ਅਤੇ B ਵਿਚਕਾਰ ਤੁਲ ਪ੍ਰਤੀਰੋਧਾਂ ਦਾ ਅਨੁਪਾਤ ਪਤਾ ਕਰੋ। ਪਹਿਲਾਂ ਤਾਂ ਆਪਾਂ ਇਹਨੂੰ ਖੁੱਲ੍ਹੇ ਰੱਖ ਕੇ ਦੇਖਦੇ ਹਾਂ ਵੀ ਕਿੰਨਾ ਆਏਗਾ। ਜਦੋਂ ਖੁੱਲ੍ਹੇ ਰੱਖ ਕੇ ਦੇਖਾਂਗੇ ਵੀ ਇੱਧਰਲੇ ਪਾਸੇ ਨਹੀਂ ਜਾਊਗਾ ਤਾਂ ਹੀ ਆ ਜਾਊਗਾ ਵਾਪਸ, ਹੈ ਨਾ। ਤਾਂ ਸਾਰੇ ਲੜੀ ਦੇ ਵਿੱਚ ਹੋ ਜਾਣਗੇ, ਮਤਲਬ ਸੀਰੀ ਦੇ ਵਿੱਚ ਹੋ ਜਾਣਗੇ ਤਾਂ ਤੁਲ ਪ੍ਰਤੀਰੋਧ ਕਿੰਨਾ ਹੋ ਜਾਏਗਾ ਬੇਟਾ, ਇਹਦੇ ਵਿੱਚ ਜੁੜ ਜਾਣਗੇ ਸਿੱਧੇ 6 ਤੇ 6 12 ਤੇ 12 ਮਤਲਬ 24 ਓਮ ਹੋ ਜਾਏਗਾ। ਠੀਕ ਹੈ, 24 ਓਮ ਹੋ ਜਾਏਗਾ ਰਜਿਸਟੈਂਸ ਪ੍ਰਤੀਰੋਧ ਜਦੋਂ ਆਪਾਂ ਇਹਨੂੰ ਖੁੱਲ੍ਹੀ ਰੱਖਾਂਗੇ। ਠੀਕ ਹੈ, ਜਦੋਂ ਆਪਾਂ ਇਹਨੂੰ ਬੰਦ ਕਰ ਦਾਂਗੇ ਤਾਂ ਅੱਗੇ ਵੀ ਜਾਊਗਾ। ਠੀਕ ਹੈ, ਆਹ 'ਚ ਐਵੇਂ ਆਊਗਾ, ਮਤਲਬ ਆਹ ਤਾਂ ਸੀਰੀਜ਼ 'ਚ ਹੀ ਰਹਿਣਗੇ ਦੋਨੋਂ, ਆਹ ਦੋਨੇ ਫਿਰ ਸੀਰੀਜ਼ ਦੇ ਵਿੱਚ ਆਹ ਇਹਨਾਂ ਦੇ ਸਮਾਂਤਰ ਹੋ ਜਾਊਗਾ। ਠੀਕ ਹੈ, ਸਮਝੋਗੇ ਨਾ। 12 ਓਮ ਆ ਜਿਹੜਾ, ਆਹ ਦੋਨੇ ਪ੍ਰਤੀਰੋਧ ਜਿਹੜੇ ਲੱਗੇ ਨੇ, ਰਜਿਸਟਰ ਲੱਗੇ ਨੇ, ਇਹਨਾਂ ਦੇ ਸਮਾਂਤਰ ਹੋ ਜੂ। ਪਹਿਲਾਂ ਆਪਾਂ ਸਮਾਂਤਰ ਦੇਖਦੇ ਹਾਂ, ਇਹ ਤੁਸੀਂ ਆਪਣੀ ਕਾਪੀ 'ਤੇ ਨੋਟ ਕਰ ਲਓ। ਜਦੋਂ ਖੁੱਲ੍ਹੀ ਰੱਖੀ ਸੀ ਉਦੋਂ ਆਪਣੇ ਕੋਲ 24 ਓਮ ਰਜਿਸਟੈਂਸ ਜਾਂ ਪ੍ਰਤੀਰੋਧ ਆਇਆ ਸੀ। ਠੀਕ ਹੈ, ਹੁਣ ਆਪਾਂ ਇਹਨਾਂ ਦਾ ਦੇਖਦੇ ਹਾਂ, ਤਿੰਨਾਂ ਦਾ ਕਿੰਨਾ ਬਣਦਾ ਵੀ। ਮਤਲਬ ਇਹਨਾਂ ਦੋਵਾਂ ਦਾ ਤਾਂ 6 ਤੇ 6 12 ਓਮ ਬਣ ਜੂਗਾ। ਮਤਲਬ ਆਪਾਂ ਲੜੀ ਦੇ ਵਿੱਚ ਸਮਾਂਤਰ ਦੇ ਵਿੱਚ ਦੇਖਦੇ ਹਾਂ, ਪੈਰਲਲ ਦੇ ਵਿੱਚ 12 ਲਘੁੱਤਮ ਉੱਪਰ 2 ਬਣ ਜੂ। ਇਹਨੂੰ ਆਪਾਂ 1/r ਡੈਸ਼ ਲਿਖੀਏ ਤਾਂ r ਡੈਸ਼ ਇਜ਼ ਇਕੁਅਲ ਟੂ 12/2 ਤਾਂ 6 ਓਮ। ਠੀਕ ਹੈ, ਹੁਣ ਜਿਹੜਾ ਆ ਸਾਰੇ ਦਾ ਤੁਲ ਪ੍ਰਤੀਰੋਧ ਬਣ ਗਿਆ ਉਹ ਬਣ ਗਿਆ 6 ਓਮ। 6 ਓਮ ਇੱਕ ਆ 6 ਓਮ ਅਤੇ ਇੱਕ ਇਹ 6 ਓਮ, ਇਹ ਤਿੰਨੇ ਕੀ ਨੇ, ਲੜੀ ਦੇ ਵਿੱਚ ਨੇ, ਸੀਰੀ ਦੇ ਵਿੱਚ ਨੇ। ਇਹ ਫਿਰ ਤਿੰਨੇ ਜੁੜ ਜਾਣਗੇ, ਮਤਲਬ 6 + 6 + 6 ਮਤਲਬ 18 ਓਮ। ਜਦੋਂ ਆਪਾਂ ਕੁੰਜੀ ਬੰਦ ਰੱਖੀ ਆ ਉਦੋਂ ਤੁਲ ਪ੍ਰਤੀਰੋਧ ਕਿੰਨਾ ਆਇਆ ਬੇਟਾ, 18 ਓਮ। ਠੀਕ ਹੈ, ਜਦੋਂ ਖੁੱਲ੍ਹੀ ਰੱਖੀ ਸੀ ਉਦੋਂ ਕਿੰਨਾ ਆਇਆ ਸੀ, 24 ਓਮ। ਆਪਾਂ ਅਨੁਪਾਤ ਪਤਾ ਕਰਨਾ, 24/18 ਕਰ ਦਾਂਗੇ। 6 ਚੌਕਾ 24, 6 ਤੀਏ 18 ਮਤਲਬ 4:3। ਦੂਜੀ ਆਪਸ਼ਨ ਇਹਦੇ ਲਈ ਸਹੀ ਆਏਗੀ। ਅਗਲਾ 102 ਨੰਬਰ ਕੁਐਸਚਨ, ਹੇਠਾਂ ਦਿੱਤੇ ਕਥਨਾਂ ਵਿੱਚੋਂ ਕਿਹੜਾ ਕਥਨ ਸਹੀ ਹੈ। ਨਿਕਟ ਦ੍ਰਿਸ਼ਟੀ ਦੋਸ਼ ਕਾਰਨ ਮਨੁੱਖ ਦੂਰ ਦੀਆਂ ਵਸਤੂਆਂ ਸਾਫ਼ ਦੇਖ ਸਕਦਾ ਹੈ, ਇਹ ਗਲਤ ਹੈ ਸਟੇਟਮੈਂਟ। ਠੀਕ ਹੈ, ਅੱਖਾਂ ਦਾਨ ਕਰਨ ਸਮੇਂ ਵਿਅਕਤੀ ਦੀ ਮੌਤ ਤੋਂ 10-15 ਘੰਟਿਆਂ ਬਾਅਦ ਕੱਢ ਲੈਣੀ ਚਾਹੀਦੀਆਂ, ਇਹ ਵੀ ਗਲਤ ਹੈ। 5 ਤੋਂ 6 ਘੰਟਿਆਂ ਦੇ ਦੌਰਾਨ ਹੀ ਕੱਢ ਲੈਣੀਆਂ ਚਾਹੀਦੀਆਂ। ਇੱਕ ਵਿਅਕਤੀ ਦੂਰ ਦ੍ਰਿਸ਼ਟੀ ਦੋਸ਼ ਕਾਰਨ ਜਮਾਤ ਦੀ ਅਖੀਰਲੀ ਕਤਾਰ ਵਿੱਚ ਬੈਠ ਕੇ ਬਲੈਕ ਬੋਰਡ 'ਤੇ ਲਿਖੇ ਅੱਖਰਾਂ ਨੂੰ ਸਾਫ਼ ਨਹੀਂ ਦੇਖ ਸਕਦਾ, ਇਹ ਵੀ ਗਲਤ ਹੈ। ਜਿਹੜਾ ਸਹੀ ਹੈ ਵੀ, ਮੋਤੀਆਬਿੰਦ ਉਹ ਸਥਿਤੀ ਹੈ ਜਦੋਂ ਉਚੇਰੀ ਉਮਰ ਦੇ ਕੁਝ ਵਿਅਕਤੀਆਂ ਦਾ ਨੇਤਰ ਲੈਂਜ ਦੁਧੀਆ ਅਤੇ ਧੁੰਦਲਾ ਹੋ ਜਾਂਦਾ, ਉਹਨੂੰ ਆਪਾਂ ਕੀ ਬੋਲਦੇ ਹਾਂ, ਕਾਟਰੈਕਟ ਮੋਤੀਆਬਿੰਦ ਬੋਲਦੇ ਹਾਂ। ਠੀਕ ਹੈ ਬੇਟਾ। ਅਗਲਾ, ਦਿੱਤੇ ਹੋਏ ਵੇਗ ਸਮਾਂ ਗ੍ਰਾਫ ਵਿੱਚ ਵਸਤੂ ਦੁਆਰਾ ਅਖੀਰਲੇ 2 ਸੈਕਿੰਡਾਂ ਵਿੱਚ ਤੈਅ ਕੀਤੀ ਗਈ ਦੂਰੀ ਅਤੇ ਵਸਤੂ ਦੁਆਰਾ 7 ਸੈਕਿੰਡਾਂ ਵਿੱਚ ਕੁੱਲ ਤੈਅ ਕੀਤੀ ਗਈ ਦੂਰੀ ਦਾ ਕਿੰਨਾ ਭਾਗ ਹੋਏਗੀ। ਮਤਲਬ ਆਪਾਂ ਅਨੁਪਾਤ ਹੀ ਦੇਖਣਾ ਵੀ ਕਿੰਨਾ ਭਾਗ ਹੋਏਗੀ। ਠੀਕ ਹੈ, ਚਲੋ ਆਪਾਂ ਦੇਖਦੇ ਹਾਂ। ਪਹਿਲਾਂ ਆਪਾਂ ਟੋਟਲ 7 ਸੈਕਿੰਡਾਂ ਲਈ ਦੇਖ ਲੈਂਦੇ ਹਾਂ ਵੀ ਕਿੰਨੀ ਦੂਰੀ ਨੇ ਤੈਅ ਕੀਤੀ। ਠੀਕ ਹੈ, ਇੱਥੋਂ ਐਵੇਂ ਆਹ ਦੂਰੀ ਸਾਰੀ ਇੱਥੋਂ ਲੈ ਕੇ। ਠੀਕ ਹੈ ਬੇਟਾ, ਚਲੋ ਪਹਿਲੇ 1 ਸੈਕਿੰਡ ਦੇ ਦੌਰਾਨ ਜਿਹੜਾ ਡਿਸਟੈਂਸ ਟਰੈਵਲ ਕੀਤਾ, ਦੂਰੀ ਯਾਨੀ ਕਿ ਟਰੈਵਲ ਕੀਤੀ, ਉਹ 0 ਹੈ। ਠੀਕ ਹੈ, ਕਿਉਂਕਿ ਵੈਲੋਸਿਟੀ ਨਹੀਂ ਹੈਗੀ, ਵੇਗ ਨਹੀਂ ਹੈਗਾ, ਤਾਂ ਵੇਗ ਨਹੀਂ ਹੈਗਾ ਤਾਂ S = VT ਹੁੰਦਾ, 0 ਹੋ ਜੂਗਾ। ਠੀਕ ਹੈ, ਡਿਸਟੈਂਸ ਜਾਂ ਦੂਰੀ ਕਿੰਨੀ ਹੋ ਜੂਗੀ, 0 ਪਹਿਲੇ ਦੇ ਵਿੱਚ। ਉਦੋਂ ਅੱਗੇ ਅਗਲੇ 2 ਸੈਕਿੰਡਾਂ ਵਿੱਚ ਆਪਾਂ ਦੂਰੀ ਦੇਖਦੇ ਹਾਂ। ਠੀਕ ਹੈ, ਅਗਲੇ 2 ਸੈਕਿੰਡਾਂ ਲਈ ਕਿੰਨੀ ਦੂਰੀ, ਪਹਿਲਾਂ ਦੂਰੀ ਕੱਢਣ ਲਈ ਆਪਣੇ ਕੋਲ ਪ੍ਰਵੇਗ ਦਾ ਹੋਣਾ ਜ਼ਰੂਰੀ ਆ ਕਿਉਂਕਿ ਇਹ ਦੂਰੀ ਇੱਕ ਸਮਾਨ ਨਹੀਂ ਹੈ। ਤਾਂ ਆਪਾਂ ਪਹਿਲਾਂ ਪ੍ਰਵੇਗ ਕੱਢਾਂਗੇ, V = U + AT ਹੁੰਦਾ।
ਇਨੀਸ਼ੀਅਲ ਵੈਲੋਸਿਟੀ u, ਆਰੰਭਿਕ ਵੇਗ ਆਪਣੇ ਕੋਲੇ u 0 ਹੈ। v ਇਜ਼ ਇਕੁਅਲ ਟੂ 0 ਪਲੱਸ at, ਜਾਂ ਆਪਾਂ ਕਹਿ ਦਈਏ a ਇਜ਼ ਇਕੁਅਲ ਟੂ v/t। ਠੀਕ ਹੈ, v ਆਪਣੇ ਕੋਲੇ ਕਿੰਨਾ ਵੀ ਇੱਥੇ 10, ਫਾਈਨਲ ਅੰਤਿਮ ਵੇਗ ਕਿੰਨਾ 10, ਟਾਈਮ ਕਿੰਨਾ ਆਪਣੇ ਕੋਲੇ 2 ਸੈਕਿੰਡ, ਮਤਲਬ ਜਿਹੜਾ ਪ੍ਰਵੇਗ ਆ ਉਹ ਕਿੰਨਾ ਆ ਜਾਊਗਾ 5 ਮੀਟਰ ਪ੍ਰਤੀ ਸੈਕਿੰਡ ਸਕੁਅਰ ਹੈ। ਆਪਣੀ ਕਾਪੀ 'ਤੇ ਨੋਟ ਕਰ ਲਓ ਵੀ ਪ੍ਰਵੇਗ ਆ ਜਿਹੜਾ ਉਹ 5 ਮੀਟਰ ਪ੍ਰਤੀ ਸੈਕਿੰਡ ਸਕੁਅਰ ਆ ਗਿਆ। ਠੀਕ ਹੈ ਬੇਟਾ, ਉਦੋਂ ਅੱਗੇ ਪ੍ਰਵੇਗ ਆ ਗਿਆ, ਉਦੋਂ ਬਾਅਦ ਆਪਾਂ ਨੂੰ ਆਉਂਦਾ ਹੀ ਹੈ s ਇਜ਼ ਇਕੁਅਲ ਟੂ ut ਪਲੱਸ ਹਾਫ at ਸਕੁਅਰ ਹੁੰਦਾ। ਠੀਕ ਹੈ, ਹੁਣ u 0 ਹੋਣ ਕਾਰਨ ਆ ਤਾਂ 0 ਹੀ ਹੋ ਜੂ, ਤਾਂ s ਕਿਹਦੇ ਬਰਾਬਰ ਹੋ ਜੂ ਹਾਫ, a ਕਿੰਨਾ ਆਇਆ ਸੀ ਆਪਣੇ ਕੋਲ 5, t ਕਿੰਨਾ ਵੀ 2 ਸੈਕਿੰਡ, 2 ਨਾਲ 2 ਕੈਂਸਲ, ਕਿੰਨਾ ਆ ਜੂਗੀ 10 ਮੀਟਰ। ਜਿਹੜੇ ਅਗਲੇ 2 ਸੈਕਿੰਡ ਹੋਣਗੇ ਉਹਦੇ ਲਈ ਦੂਰੀ ਕਿੰਨੀ ਹੋ ਗਈ 10 ਮੀਟਰ ਹੋ ਗਈ। ਇਹ ਵੀ ਆਪਣੀ ਕਾਪੀ 'ਤੇ ਨੋਟ ਕਰ ਲਓ, ਆਹ ਦੂਰੀ 10 ਹੋ ਗਈ। ਠੀਕ ਹੈ, ਉਦੋਂ ਬਾਅਦ ਅੱਗੇ ਸਿੰਪਲੀ ਹੈ, ਇੱਕ ਸਮਾਨ ਗਤੀ ਹੈ ਤਾਂ s ਇਕੁਅਲ ਟੂ vt ਤੋਂ ਹੀ ਨਿਕਲ ਜੂ। v ਆਪਣੇ ਕੋਲੇ 10 ਹੈ, ਟਾਈਮ ਆਪਣੇ ਕੋਲੇ 2 ਹੈ, ਤਾਂ ਕਿੰਨਾ ਹੋ ਜੂ ਵੀ 20 ਮੀਟਰ। ਅੱਗੇ ਫਿਰ ਆਪਾਂ ਕੱਢੇ ਹੀ ਸੀ, ਆਹ 10 ਆ ਗਿਆ, ਆਹ 20 ਆ ਗਿਆ, ਜੇ 10 ਆ ਗਿਆ ਤਾਂ ਵੀ ਕਿੰਨਾ 10। ਠੀਕ ਹੈ ਬੇਟਾ, ਕਿੰਨਾ ਹੋ ਗਿਆ 10 ਅਤੇ 20 30 ਅਤੇ 10 40, ਟੋਟਲ 7 ਸੈਕਿੰਡਾਂ ਦੇ ਵਿੱਚ ਤੈਅ ਕੀਤੀ ਗਈ ਦੂਰੀ, 7 ਸੈਕਿੰਡਾਂ ਦੇ ਵਿੱਚ s ਕਿੰਨਾ ਆ ਗਿਆ ਆਪਣੇ ਕੋਲੇ 40। ਠੀਕ ਹੈ ਬੇਟਾ, ਅਤੇ ਅਖੀਰਲੇ 2 ਸੈਕਿੰਡਾਂ ਦਾ ਆਪਾਂ ਦੱਸਣਾ ਵੀ ਕਿੰਨਾ ਭਾਗ ਹੈ। ਠੀਕ ਹੈ, ਅਖੀਰਲੇ 2 ਸੈਕਿੰਡਾਂ 'ਚ ਕਿੰਨੀ ਆਈ ਹੈ ਦੂਰੀ ਬਈ 10, ਅਖੀਰਲੇ 2 ਸੈਕਿੰਡ ਦੇ ਵਿੱਚ ਕਿੰਨੀ ਦੂਰੀ ਹੋਈ ਹੈ, ਤੈਅ ਕੀਤੀ ਦੂਰੀ 10 ਹੈ, ਕੁੱਲ ਹੈਗੀ ਹੈ 40, ਤਾਂ ਕਿੰਨਵਾਂ ਹਿੱਸਾ ਵੀ 1/4 ਹਿੱਸਾ। ਠੀਕ ਹੈ, ਤਾਂ ਇਹਦੇ ਲਈ ਪਹਿਲੀ ਆਪਸ਼ਨ ਸਹੀ ਬਣੂਗੀ। ਇੱਕ ਵਸਤੂ 'ਤੇ 1 ਮਾਈਕਰੋ ਕੂਲਮ ਰਿਣਾਤਮਕ ਚਾਰਜ ਹੈ, ਇਸ ਦਾ ਮਤਲਬ ਹੈ ਕਿ ਵਸਤੂ ਨੇ ਇੰਨੇ ਵਾਧੂ ਇਲੈਕਟ੍ਰੋਨ ਗ੍ਰਹਿਣ ਕੀਤੇ ਨੇ। ਆਪਾਂ ਇਹ ਦੱਸਣਾ ਵੀ ਕਿੰਨੇ ਇਲੈਕਟ੍ਰੋਨ ਉਹਦੇ ਕੋਲ ਹੁਣ ਹੈਗੇ ਨੇ। ਠੀਕ ਹੈ, ਇਲੈਕਟ੍ਰੋਨ ਆਪਾਂ ਦੱਸਣੇ ਨੇ ਵੀ ਕਿੰਨੇ ਇਲੈਕਟ੍ਰੋਨ ਨੇ। ਠੀਕ ਹੈ ਬੇਟਾ, ਕਿੰਨੇ ਨੇ ਇਹ ਤਾਂ ਸੌਖਾ ਹੀ ਹੈ, ਦੇਖੋ 1.6 ਗੁਣਾ 10 ਦੀ ਘਾਤ -19 ਕੂਲਮ ਚਾਰਜ 1 ਇਲੈਕਟ੍ਰੋਨ 'ਤੇ ਹੁੰਦਾ ਹੈ। 1 ਕੂਲਮ ਦੇ ਵਿੱਚ ਆਪਾਂ ਕਹਿ ਲਈਏ 1/1.6 ਗੁਣਾ 10 ਦੀ ਘਾਤ -19 ਇਲੈਕਟ੍ਰੋਨ ਹੁੰਦੇ ਨੇ। ਆਪਣੇ ਕੋਲੇ ਚਾਰਜ ਕਿੰਨਾ 1 ਮਾਈਕਰੋ ਕੂਲਮ, ਮਾਈਕਰੋ ਮਤਲਬ 10 ਦੀ ਘਾਤ -6 ਕੂਲਮ ਦਾ, ਤਾਂ 10 ਦੀ ਘਾਤ -6 ਨਾਲ ਗੁਣਾ ਹੋ ਜੂ। ਠੀਕ ਹੈ, 1 ਕੂਲਮ ਦੇ ਵਿੱਚ ਜੇ ਇੰਨੇ ਇਲੈਕਟ੍ਰੋਨ ਨੇ ਤਾਂ 10 ਦੀ ਘਾਤ -6, 10 ਦੀ ਘਾਤ -6 ਨਾਲ ਆਪਾਂ ਗੁਣਾ ਕਰ ਦਾਂਗੇ, ਮਤਲਬ 10 ਦੀ ਘਾਤ -6, 1.6 ਗੁਣਾ 10 ਦੀ ਘਾਤ -19 ਇੰਨੇ ਇਲੈਕਟ੍ਰੋਨ ਹੋਣਗੇ। ਠੀਕ ਹੈ, ਗੇਨ ਕੀਤੇ ਜਿਹੜੇ ਆਹ ਉੱਪਰ ਜਾ ਕੇ ਪਲੱਸ ਦੀ ਹੋ ਜੂਗੀ -19, ਤਾਂ ਜਦੋਂ ਇਹਨੂੰ ਆਪਾਂ ਹੱਲ ਕਰ ਲਾਂਗੇ ਇਹ ਬਣ ਜੂਗਾ 6.05 6.25 ਗੁਣਾ 10 ਦੀ ਘਾਤ 12 ਇਲੈਕਟ੍ਰੋਨ। ਠੀਕ ਹੈ, ਚੌਥੀ ਆਪਸ਼ਨ ਇਹਦੇ ਲਈ ਸਹੀ ਬਣੇਗੀ। ਕਿਸੇ ਗਤੀਮਾਨ ਵਸਤੂ ਦੀ ਗਤਿਜ ਊਰਜਾ ਮਤਲਬ ਕਨੈਟਿਕ ਐਨਰਜੀ ਅਤੇ ਸੰਵੇਗ ਮੋਮੈਂਟਮ ਵਿਚਲੇ ਸੰਬੰਧ ਨੂੰ ਕਿਹੜਾ ਗ੍ਰਾਫ ਸਹੀ ਦਰਸਾਉਂਦਾ ਹੈ? ਕਿਹੜਾ ਗ੍ਰਾਫ ਸਹੀ ਦਰਸਾਉਂਦਾ ਬੇਟਾ? ਸੈਕਿੰਡ ਆਪਸ਼ਨ ਇਹਦੇ ਲਈ ਸਹੀ ਹੈ, ਇਹ ਇਹਨਾਂ ਦੇ ਵਿਚਕਾਰ ਸੰਬੰਧ ਨੂੰ ਸਹੀ ਦਰਸਾਉਂਦਾ ਹੈ। 2 ਪਤਲੇ ਲੈਂਜ਼ਾਂ ਨੂੰ ਇੱਕ ਦੂਜੇ ਦੇ ਸੰਪਰਕ ਵਿੱਚ ਰੱਖਿਆ ਗਿਆ ਅਤੇ ਦੋਵੇਂ ਸਮਧੁਰੀ ਵੀ ਹਨ। F1 ਅਤੇ F2 ਫੋਕਸ ਦੂਰੀ ਵਾਲੇ ਇਹਨਾਂ ਲੈਂਜੀ ਜੋੜੇ ਦੀ ਸ਼ਕਤੀ ਇੱਕ ਲੈਂਜ ਦੀ ਸ਼ਕਤੀ ਦੇ ਬਰਾਬਰ ਹੈ, ਜੋ ਹੋਵੇਗੀ। ਇੱਥੇ ਸਾਰੀਆਂ ਆਪਸ਼ਨਾਂ ਗਲਤ ਦਿੱਤੀਆਂ। ਇਹਨਾਂ ਦੀ ਲੈਂਜ ਦੀ ਸ਼ਕਤੀ ਹੈ ਜਿਹੜੀ ਆਪਾਂ ਕੈਲਕੂਲੇਟ ਕਰਾਂਗੇ ਫਾਰਮੂਲੇ ਲਾ ਕੇ, ਉਹ F1 ਪਲੱਸ F2 F1 F2 ਹੋਊਗੀ। ਠੀਕ ਹੈ ਬੇਟਾ, ਉਹ ਆਪਾਂ ਕੈਲਕੂਲੇਟ ਕਰ ਸਕਦੇ ਹਾਂ ਜਦੋਂ 2 ਜੋੜੇ ਹੁੰਦੇ ਆ, ਐਕਸਿਲ ਮਤਲਬ ਐਕਸਿਸ ਧੁਰੇ 'ਤੇ ਰੱਖ ਕੇ ਜੋੜੇ ਹੁੰਦੇ ਆ, ਤਾਂ ਉਹਦੇ ਲਈ ਆਪਣੇ ਕੋਲ ਸੂਤਰ ਹੁੰਦਾ ਕੈਲਕੂਲੇਟ ਕਰਨ ਦਾ, ਤਾਂ ਉਹਦੇ ਨਾਲ ਜਿਹੜੀ ਪਾਵਰ ਬਣੂਗੀ, ਸ਼ਕਤੀ ਬਣੂਗੀ, ਉਹ ਇੰਨੀ ਬਣੂਗੀ F1 ਪਲੱਸ F2 F1 F2। ਉਹ ਇਹਨਾਂ ਦੇ ਵਿੱਚੋਂ ਨਹੀਂ ਹੈ, ਤਾਂ ਇਹ ਗਲਤ ਲਿਖੀਆਂ, ਦੋਨੋਂ ਆਪਸ਼ਨਾਂ ਇੱਕੋ ਜਿਹੀਆਂ ਨੇ, ਤਾਂ ਇਹਦੇ ਲਈ ਸਹੀ ਆਪਸ਼ਨ ਜਿਹੜੀ ਆਊਗੀ F1 ਪਲੱਸ F2 F1 F2। ਠੀਕ ਹੈ ਬੇਟਾ, ਇੱਕ ਪੱਥਰ ਨੂੰ ਖੂਹ ਵਿੱਚ ਸੁੱਟਿਆ ਜਾਂਦਾ ਜਿਸ ਦੇ ਪਾਣੀ ਦੀ ਉੱਪਰਲੀ ਸਤ੍ਹਾ 44.1 ਮੀਟਰ ਡੂੰਘਾਈ 'ਤੇ ਹੈ। ਜੇਕਰ ਪਾਣੀ ਨਾਲ ਪੱਥਰ ਦੇ ਟਕਰਾਉਣ ਦੀ ਧੁਨੀ ਪੱਥਰ ਸੁੱਟਣ ਤੋਂ 3.13 ਸੈਕਿੰਡ ਬਾਅਦ ਸੁਣਾਈ ਦਿੰਦੀ ਹੈ, ਤਾਂ ਧੁਨੀ ਦਾ ਹਵਾ ਵਿੱਚ ਵੇਗ ਕੀ ਹੋਏਗਾ? ਇਹ ਆਪਾਂ ਦੱਸਣਾ ਵੀ ਧੁਨੀ ਦਾ ਹਵਾ ਵਿੱਚ ਵੇਗ ਕੀ ਹੋਏਗਾ। ਪਹਿਲਾਂ ਤਾਂ ਆਪਾਂ ਉਹ ਦੇਖਦੇ ਹਾਂ ਵੀ
ਪੱਥਰ ਨੂੰ ਉੱਪਰੋਂ ਜਦੋਂ ਸੁੱਟਿਆ ਪਾਣੀ ਦੀ ਸਤ੍ਹਾ ਤੱਕ ਜਾਣ ਲਈ ਕਿੰਨਾ ਸਮਾਂ ਲੱਗਿਆ, ਪਹਿਲਾਂ ਤਾਂ ਆਪਾਂ ਉਹ ਦੇਖਦੇ ਹਾਂ। ਠੀਕ ਹੈ ਬੇਟਾ, ਤਾਂ ਉਹਦੇ ਲਈ ਆਪਣੇ ਕੋਲ ਸੂਤਰ ਹੁੰਦਾ S=UT + ਹਾਫ ਇਹ ਇੱਥੇ ਹੈ ਨਹੀਂ, ਇੱਥੇ ਗੁਰਤਾ ਪ੍ਰਵੇਗ ਲੱਗੂਗਾ F ਹਾਫ GT²। ਇਨੀਸ਼ੀਅਲ ਵੈਲੋਸਿਟੀ ਆਰੰਭਿਕ ਵੇਗ ਪੱਥਰ ਜਦੋਂ ਆਪਾਂ ਸੁੱਟਿਆ 0 ਤੇ ਸੀ। ਠੀਕ ਹੈ, ਇਹ 0 ਹੀ ਹੋ ਜੂ, ਤਾਂ S= ਹਾਫ GT² ਹੋ ਜੂਗਾ। ਠੀਕ ਹੈ, S ਆਪਣੇ ਕੋਲ 44.1 ਹੈ, 2 ਇੱਧਰ ਭਾਗ ਦਾ ਉੱਧਰ ਜਾ ਗੁਣਾ ਹੋ ਜੂਗਾ GT²। ਇਹ ਕਿੰਨਾ ਹੋ ਜੂਗੀ 88.2 ਬਰਾਬਰ GT², ਜਾਂ ਆਪਾਂ ਕਹੀਏ T² ਬਰਾਬਰ 88.2 ਡਿਵਾਈਡਡ ਬਾਈ G ਆਪਣੇ ਕੋਲ 9.8 ਦਿੱਤੀ ਹੈ, ਕੱਟ ਦਾਂਗੇ T² ਬਰਾਬਰ 9 ਆ ਜੂਗਾ। T ਕਿੰਨਾ ਆ ਜੂਗਾ 3 ਸੈਕਿੰਡ। ਠੀਕ ਹੈ, ਜਿਹੜਾ ਉਹਨੂੰ ਪਹੁੰਚਣ 'ਤੇ ਸਮਾਂ ਲੱਗਿਆ ਉਹ ਕਿੰਨਾ ਲੱਗਿਆ ਬੇਟਾ 3 ਸੈਕਿੰਡ। ਪਰ ਇਹ ਕਹਿੰਦੇ ਪੱਥਰ ਸਿਰ ਨੂੰ 3.13 ਵਾਰ ਸੁਣਾਈ ਦਿੰਦੀ ਹੈ। ਠੀਕ ਹੈ, ਆਉਣ ਜਾਣ ਹੋ ਗਿਆ ਨਾ, ਧੁਨੀ ਦਾ ਆਉਣ ਜਾਣ ਹੋ ਗਿਆ, ਤਾਂ 3.13 ਦੇ ਵਿੱਚੋਂ ਆਪਾਂ 3 ਸੈਕਿੰਡ ਜਿਹੜੀ ਆਪਣਾ ਪੱਥਰ ਗਿਆ ਉਹ ਘਟਾ ਦਾਂਗੇ, ਤਾਂ ਆਪਣੇ ਕੋਲ ਜਿਹੜਾ ਟੋਟਲ ਟਾਈਮ ਹੋਊਗਾ ਧੁਨੀ ਦੇ ਵੇਗ ਦੇ ਦੂਰੀ ਲਈ ਆਪਾਂ ਜਿਹੜਾ ਵੇਗ ਕੱਢਣਾ ਉਹਦੇ ਲਈ ਕਿੰਨਾ ਹੋਊਗਾ ਵੀ T ਆਪਣੇ ਕੋਲ ਕਿੰਨਾ ਹੋਊਗਾ 0.13 ਸੈਕਿੰਡ। ਉਦੋਂ ਬਾਅਦ ਆਪਾਂ ਨੂੰ ਪਤਾ ਵੀ S=VT ਹੁੰਦਾ ਇੱਕ ਸਮਾਨ ਵੇਗ ਲਈ। ਠੀਕ ਹੈ, ਵਿਸਥਾਪਨ ਗਤੀ ਗੁਣਾ ਸਮਾਂ। ਠੀਕ ਹੈ, ਮਤਲਬ ਡਿਸਪਲੇਸਮੈਂਟ ਵੈਲੋਸਿਟੀ ਇਨਟੂ ਟਾਈਮ। ਤਾਂ ਆਪਾਂ ਕੀ ਪਤਾ ਕਰਨਾ V=S/T। S ਆਪਣੇ ਕੋਲ ਕਿੰਨਾ ਬੇਟਾ 44.1, ਟਾਈਮ ਆਪਣੇ ਕੋਲ ਕਿੰਨਾ 0.13। ਠੀਕ ਹੈ, ਇਹਨੂੰ ਕੈਲਕੂਲੇਟ ਕਰਕੇ ਆ ਜੂ ਆਪਣੇ ਕੋਲ 339.2 ਮੀਟਰ ਪਰ ਸੈਕਿੰਡ। ਮਤਲਬ ਪਹਿਲੀ ਆਪਸ਼ਨ ਇਹਦੇ ਲਈ ਸਹੀ ਬਣੇਗੀ। ਘਰੇਲੂ ਬਿਜਲੀ ਸਰਕਟਾਂ ਵਿੱਚ ਓਵਰਲੋਡਿੰਗ ਦੇ ਸੰਭਾਵਿਤ ਕਾਰਨ ਨੂੰ ਹੇਠ ਦਿੱਤੇ ਕਥਨਾਂ ਵਿੱਚੋਂ ਕਿਹੜਾ ਸਹੀ ਨਹੀਂ ਦਰਸਾਉਂਦਾ। ਦਿੱਤੀ ਗਈ ਵੋਲਟੇਜ ਵਿੱਚ ਅਚਾਨਕ ਵਾਧਾ ਸਹੀ ਹੈ। ਇੱਕ ਹੀ ਸਾਕਟ ਵਿੱਚ ਬਹੁਤ ਸਾਰੇ ਬਿਜਲੀ ਯੰਤਰ ਇਹ ਵੀ ਸਹੀ ਹੈ। ਲਾਈਵ ਤਾਰ ਉਦਾਸੀਨ ਤਾਰ ਦਾ ਸਿੱਧੇ ਸੰਪਰਕ ਵਿੱਚ ਆਉਣਾ ਇਹ ਵੀ ਸਹੀ ਹੈ। ਕਿਹੜਾ ਸਹੀ ਨਹੀਂ ਹੈ ਵੀ ਸਰਕਟ ਵਿੱਚ ਬਿਜਲੀ ਧਾਰਾ ਦਾ ਮਾਨ ਘੱਟ ਹੋ ਜਾਣਾ। ਠੀਕ ਹੈ, ਇਹ ਸਹੀ ਨਹੀਂ ਹੈ ਦੂਜੀ ਆਪਸ਼ਨ। 2800 ਕਿਲੋਗ੍ਰਾਮ ਪੁੰਜ ਦੀ ਇੱਕ ਬੱਸ 90 ਕਿਲੋਮੀਟਰ ਪ੍ਰਤੀ ਘੰਟਾ ਦੀ ਗਤੀ ਨਾਲ ਚੱਲ ਰਹੀ ਹੈ। ਜੇਕਰ ਗਤੀ ਦੀ ਉਲਟ ਦਿਸ਼ਾ ਵਿੱਚ 5600 ਨਿਊਟਨ ਦਾ ਬਲ 100 ਮੀਟਰ ਦੀ ਦੂਰੀ ਤੱਕ ਲਗਾਇਆ ਜਾਂਦਾ ਹੈ ਤਾਂ ਬੱਸ ਦੀ ਚਾਲ ਘਟ ਕੇ ਕਿੰਨੀ ਹੋ ਜਾਏਗੀ। ਉਹ ਆਪਾਂ ਦੱਸਣਾ ਵੀ ਬੱਸ ਦੀ ਚਾਲ ਘਟ ਕੇ ਕਿੰਨੀ ਹੋ ਜਾਊਗੀ। ਮਾਸ ਆਪਾਂ ਨੂੰ 2800 ਦਿੱਤਾ ਹੋਇਆ, 2800 ਕਿਲੋਗ੍ਰਾਮ। ਠੀਕ ਹੈ, ਅੱਗੇ ਮੈਂ ਲਿਖ ਰਿਹਾ। ਅੱਗੇ ਆਪਾਂ ਪਹਿਲਾਂ ਮੋਮੈਂਟਮ ਕੱਢਦੇ ਹਾਂ, ਕਿਉਂਕਿ ਆਪਾਂ ਨੇ ਚਾਲ ਕੱਢਣੀ ਹੈ, ਉਹਦੇ ਲਈ ਮੋਮੈਂਟਮ ਦਾ ਪਤਾ ਹੋਣਾ, ਪ੍ਰਵੇਗ ਦਾ ਪਤਾ ਹੋਣਾ ਬਹੁਤ ਜ਼ਰੂਰੀ ਹੈ। F=5600 ਨਿਊਟਨ। ਆਪਾਂ ਨੂੰ ਪਤਾ ਹੈ ਨਿਊਟਨ ਦਾ ਦੂਜਾ ਨਿਯਮ ਆਪਾਂ ਕੀਤਾ F=ma ਹੁੰਦਾ, ਤਾਂ A=F/m। ਇਹ ਆਪਣੀ ਕਾਪੀ 'ਤੇ ਨੋਟ ਕਰ ਲਓ ਬੇਟਾ ਨਾਲ ਦੀ ਨਾਲ। F=5600, M ਆਪਣੇ ਕੋਲ ਕਿੰਨਾ ਸੀ 2800, ਕੱਟ ਕੇ ਕਿੰਨਾ ਆ ਜੂ ਬੇਟਾ 2। ਪ੍ਰਵੇਗ ਆ ਜੂ ਉਹ 2 ਮੀਟਰ ਪਰ ਸੈਕਿੰਡ ਸਕੁਆਇਰ ਆਪਣੇ ਕੋਲ ਆ ਜਾਏਗਾ। ਠੀਕ ਹੈ, ਉਦੋਂ ਬਾਅਦ ਆਪਾਂ ਕੱਢਣੀ ਆ ਫਾਈਨਲ ਵੇਗ। ਇਨੀਸ਼ੀਅਲ ਤਾਂ 0 ਹੀ ਹੈ, ਇਨੀਸ਼ੀਅਲ ਆਪਣੇ ਕੋਲ ਦਿੱਤਾ ਬੇਟਾ U=90 ਕਿਲੋਮੀਟਰ ਪਰ ਆਰ। ਇਹਨੂੰ ਆਪਾਂ ਕੈਲਕੂਲੇਟ ਕਰਕੇ ਮੀਟਰ ਪਰ ਸੈਕਿੰਡ 'ਚ ਬਣਾ ਲਾਂਗੇ। 90 ਕਿਲੋਮੀਟਰ ਦੇ ਵਿੱਚ 1000 ਮੀਟਰ ਹੁੰਦੇ ਆ, ਘੰਟੇ ਦੇ ਵਿੱਚ 3600 ਸੈਕਿੰਡ ਹੁੰਦੇ ਆ, ਕੱਟ ਦਾਂਗੇ। ਠੀਕ ਹੈ, 10 ਆ ਜੂ, 9 ਚੌਕਾ 36, 25 ਚੌਕਾ 100, ਮਤਲਬ 25 ਮੀਟਰ ਪਰ ਸੈਕਿੰਡ। U ਆਪਣੇ ਕੋਲ 25 ਮੀਟਰ ਪਰ ਸੈਕਿੰਡ ਆ ਜੂਗਾ ਆਰੰਭਿਕ ਵੇਗ ਜਿਸ ਨਾਲ ਉਹ ਬੱਸ ਚੱਲ ਰਹੀ ਸੀ, 25 ਮੀਟਰ ਪਰ ਸੈਕਿੰਡ। ਹੁਣ ਆਪਣੇ ਕੋਲ ਫਾਰਮੂਲਾ ਹੁੰਦਾ V² - U² ਬਰਾਬਰ 2AS। ਠੀਕ ਹੈ, V ਆਪਾਂ ਪਤਾ ਕਰਨੀ ਹੈ ਕਿੰਨੀ ਹੋ ਜੂਗੀ। ਠੀਕ ਹੈ, V² - U² ਮਤਲਬ 25 ਸੀ ਆਪਣੇ ਕੋਲ, 625 ਹੋ ਜੂ। ਇਹ ਡਿਸਪਲੇਸਮੈਂਟ ਮਤਲਬ 100 ਮੀਟਰ ਦੀ ਦੂਰੀ ਤੱਕ ਲਗਾਇਆ ਗਿਆ, ਮਾਈਨਸ ਆਊਗਾ ਕਿਉਂਕਿ ਇਹ ਰੋਕ ਰਿਹਾ। ਠੀਕ ਹੈ, 2 × 2 - ਦਾ 100 ਆ ਜੂ, ਮਾਈਨਸ ਮੂਹਰੇ ਲਾ ਦਿੰਦੇ ਹਾਂ, ਜਾਂ ਆਪਾਂ ਕਹੀਏ -400 ਆ ਜੂਗਾ। ਗੁਣਾ ਕਰਕੇ 2 ਦੂਣੀ 4, 400। V² 625 ਉੱਧਰ ਜਾ ਕੇ ਪਲੱਸ ਦਾ ਹੋ ਜਾਏਗਾ। ਠੀਕ ਹੈ ਬੇਟਾ, ਤਾਂ ਕਿੰਨਾ ਹੋ ਜੂ ਇਹ 225। V² 225, V
15 ਮੀਟਰ ਪਰ ਸੈਕਿੰਡ। ਜਿਹੜਾ ਵੇਗ ਹੈ ਉਹਦੀ ਚਾਲ ਘਟ ਜੂਗੀ, ਉਹ ਕਿੰਨੀ ਹੋ ਜੂਗੀ ਵੀ, ਚਾਲ ਘਟ ਕੇ ਕਿੰਨੀ ਹੋ ਜੂਗੀ 15 ਮੀਟਰ ਪਰ ਸੈਕਿੰਡ। ਅੱਛਾ ਹੁਣ ਆਪਾਂ 15 ਮੀਟਰ ਪਰ ਸੈਕਿੰਡ ਨੂੰ ਕਿਲੋਮੀਟਰ ਪ੍ਰਤੀ ਘੰਟਾ 'ਚ ਬਦਲਦੇ ਹਾਂ। ਘੰਟੇ ਦੇ ਵਿੱਚ 3600 ਸੈਕਿੰਡ, 1000 ਨਾਲ ਆਪਾਂ ਭਾਗ ਕਰਾਂਗੇ, ਠੀਕ ਹੈ। 5 ਦੂਣੀ 10, 5 ਤੀਏ 15, 18 ਦੂਣੀ 36, 18 ਤੀਆ 54, 54 ਕਿਲੋਮੀਟਰ ਪ੍ਰਤੀ ਘੰਟਾ ਹੋ ਜਾਏਗੀ ਉਹਦੀ ਰਫਤਾਰ, ਮਤਲਬ ਦੂਜੀ ਆਪਸ਼ਨ ਉਹਦੇ ਲਈ ਸਹੀ ਬਣੂਗੀ। ਉਦੋਂ ਅੱਗੇ ਦੇਖੋ ਬੇਟਾ, ਇਹ ਆਪਾਂ ਕਾਫੀ ਸੌਖਾ ਹੈ। ਦਿੱਤੇ ਗਏ ਚਿੱਤਰ ਵਿੱਚ ਮਾਧਿਅਮ ਬੀ ਦਾ ਮਾਧਿਅਮ ਏ ਨਾਲ ਸਾਪੇਖਕ ਅਪਵਰਤਨ ਅੰਕ ਹੋਵੇਗਾ। ਰਿਫਰੈਕਟਿਵ ਇੰਡੈਕਸ ਆਪਾਂ ਪਤਾ ਕਰਨਾ ਹੈ। ਆਪਾਂ ਨੂੰ ਪਤਾ ਵੀ ਰਿਫਰੈਕਟਿਵ ਇੰਡੈਕਸ ਮਿਊ ਇਜ਼ ਇਕੁਅਲ ਟੂ ਕਿਹਦੇ ਬਰਾਬਰ ਹੁੰਦਾ ਬੇਟਾ, ਸਾਈਨ ਆਈ ਬਟਾ ਸਾਈਨ ਆਰ। ਸਨੈਲ ਲਾ ਆਪਾਂ ਪੜ੍ਹਿਆ, ਠੀਕ ਹੈ। ਆਈ ਆਪਣੇ ਕੋਲ ਇੱਥੇ ਆ ਸੇ 30 ਡਿਗਰੀ, ਆਰ ਆਪਣੇ ਕੋਲ 45 ਹੈ। ਸਾਈਨ 30 ਡਿਗਰੀ ਬਟਾ ਸਾਈਨ 45 ਡਿਗਰੀ, ਠੀਕ ਹੈ ਬੇਟਾ। ਉਸ ਤੋਂ ਬਾਅਦ ਸਾਈਨ 30 ਡਿਗਰੀ ਮਤਲਬ 1/2 ਡਿਵਾਈਡਡ ਬਾਈ ਸਾਈਨ 45, 1 ਵਰਗਮੂਲ 2, 1/2 ਇਹ ਉੱਪਰ ਚਲਾ ਜਾਊਗਾ, ਵਰਗਮੂਲ 2/1, ਠੀਕ ਹੈ। 1/2 ਨੂੰ ਕਿਵੇਂ ਲਿਖ ਸਕਦੇ ਹਾਂ, 1 ਵਰਗਮੂਲ 2 ਗੁਣਾ 1 ਵਰਗਮੂਲ 2 ਗੁਣਾ ਵਰਗਮੂਲ 2, ਠੀਕ ਹੈ ਨਾ। ਵਰਗਮੂਲ 2 ਨਾਲ ਵਰਗਮੂਲ 2 ਕੈਂਸਲ, ਮਤਲਬ ਆਪਣੇ ਕੋਲ ਕੀ ਬਣ ਗਿਆ ਬੇਟਾ, ਰਿਫਰੈਕਟਿਵ ਇੰਡੈਕਸ ਜਾਂ ਅਪਵਰਤਨ ਅੰਕ ਆਪਣੇ ਕੋਲ ਕਿੰਨਾ ਬਣ ਗਿਆ, 1 ਵਰਗਮੂਲ 2, ਠੀਕ ਹੈ। ਪਹਿਲਾਂ ਆਪਾਂ ਫਾਰਮੂਲਾ ਲਾਇਆ ਮਿਊ ਇਜ਼ ਇਕੁਅਲ ਟੂ ਸਾਈਨ ਆਈ ਬਟਾ ਸਾਈਨ ਆਰ, ਜਾਂ ਇਹਨੂੰ ਤੁਸੀਂ ਐਨ ਵੀ ਲਿਖ ਦਿੰਦੇ ਹੋ, ਰਿਫਰੈਕਟਿਵ ਇੰਡੈਕਸ ਨੂੰ, ਅਪਵਰਤਨ ਅੰਕ ਨੂੰ। ਤਾਂ ਸਾਈਨ ਆਈ ਮਤਲਬ ਸਾਈਨ 30 ਬਟਾ ਸਾਈਨ 45, ਸਾਈਨ 30 1/2, ਸਾਈਨ 45 1 ਵਰਗਮੂਲ 2। ਤਾਂ ਇਹਨੂੰ ਹੱਲ ਕਰ ਲਿਆ, 1 ਵਰਗਮੂਲ 2 ਆਪਣੇ ਕੋਲ ਸਹੀ ਆਪਸ਼ਨ ਆਏਗੀ ਚੌਥੀ, ਠੀਕ ਹੈ ਬੇਟਾ। ਉਦੋਂ ਅਗਲਾ ਕੁਐਸਚਨ ਦੇਖੋ, ਇੱਕ ਲੱਕੜੀ ਦਾ ਗੁਟਕਾ 15 ਕਿਲੋਗ੍ਰਾਮ ਪੁੰਜਦਾ ਹੈ। ਇਸ ਦੀਆਂ ਭੁਜਾਵਾਂ 40 ਸੈਂਟੀਮੀਟਰ, 30 ਸੈਂਟੀਮੀਟਰ ਗੁਣਾ 20 ਸੈਂਟੀਮੀਟਰ ਹਨ। ਇਸ ਗੁਟਕੇ ਨੂੰ ਹੇਠ ਲਿਖੀਆਂ ਭੁਜਾਵਾਂ ਨਾਲ 3 ਸਥਿਤੀਆਂ 'ਤੇ ਮੇਜ਼ ਦੀ ਸਤ੍ਹਾ 'ਤੇ ਰੱਖਿਆ ਜਾਂਦਾ ਹੈ। ਇਹ ਠੀਕ ਹੈ, ਕਿਸ ਸਥਿਤੀ ਵਿੱਚ ਦਬਾਅ ਵੱਧ ਹੋਏਗਾ, ਦਬਾਅ ਵੱਧ ਹੋਊਗਾ ਜਾਂ ਘੱਟ ਹੋਊਗਾ ਦੇਖਦੇ ਆਪਾਂ। ਜਿਹੜਾ ਦਬਾਅ ਨਾ ਬੇਟਾ, ਪ੍ਰੈਸ਼ਰ, ਉਹ ਹੁੰਦਾ ਫੋਰਸ ਪਰ ਯੂਨਿਟ ਏਰੀਆ, ਖੇਤਰਫਲ ਹੈ ਨਾ। ਏਰੀਆ ਹੁੰਦਾ ਖੇਤਰਫਲ, ਮਤਲਬ ਵਲ ਵਟਾ ਦਬਾਅ ਬਰਾਬਰ ਵਲ ਵਟਾ ਖੇਤਰਫਲ ਹੁੰਦਾ। ਹੁਣ ਜਿਹਦੇ ਵਿੱਚ ਖੇਤਰਫਲ ਜ਼ਿਆਦਾ ਲੱਗੂਗਾ ਉਹਦੇ ਲਈ ਪ੍ਰੈਸ਼ਰ ਜਾਂ ਦਬਾਅ ਘੱਟ ਹੋਊਗਾ, ਠੀਕ ਹੈ। ਦੇਖਦੇ ਹਾਂ ਆਪਾਂ ਦਬਾਅ ਵੱਧ ਦੱਸਣਾ ਕਿਹੜੇ ਲਈ, ਦਬਾਅ ਵੱਧ ਉਹਦੇ ਲਈ ਹੋਊ ਜਿਹਦਾ ਖੇਤਰਫਲ ਘੱਟ ਹੋਇਆ। ਇਹਦੇ ਲਈ ਖੇਤਰਫਲ 1200 ਸੈਂਟੀਮੀਟਰ ਸਕੁਆਇਰ ਹੋਊਗਾ, ਇਹਦੇ ਲਈ 600 ਸੈਂਟੀਮੀਟਰ ਸਕੁਆਇਰ ਹੋਊ, ਇਹਦੇ ਲਈ 800 ਸੈਂਟੀਮੀਟਰ ਸਕੁਆਇਰ ਹੋਊ। ਤਾਂ ਕਿਹਦੇ ਲਈ ਖੇਤਰਫਲ ਘੱਟ ਆ ਵੀ, ਦੂਜੀ ਆਪਸ਼ਨ ਲਈ। ਤਾਂ ਦਬਾਅ ਫਿਰ ਦੂਜੀ ਸਥਿਤੀ ਲਈ ਸਭ ਤੋਂ ਵੱਧ ਹੋਏਗਾ। ਜਿਹਦੇ ਲਈ ਖੇਤਰਫਲ ਘੱਟ ਉਸ ਲਈ ਦਬਾਅ ਵੱਧ ਹੋਊ, ਕਿਉਂਕਿ ਇਹ ਇਹਦੇ ਉਲਟ ਅਨੁਪਾਤੀ ਹੈ, ਠੀਕ ਹੈ ਬੇਟਾ। ਇੱਕ ਚੁੰਬਕੀ ਖੇਤਰ ਦੀਆਂ ਚੁੰਬਕੀ ਖੇਤਰ ਰੇਖਾਵਾਂ ਨੂੰ ਚਿੱਤਰ ਵਿੱਚ ਦਰਸਾਇਆ ਗਿਆ ਹੈ। ਇਸ ਚੁੰਬਕੀ ਖੇਤਰ ਵਿੱਚ ਬਿੰਦੂ A, B ਅਤੇ C ਲਈ ਚੁੰਬਕੀ ਖੇਤਰ ਦੀ ਪ੍ਰਬਲਤਾ ਸੰਬੰਧੀ ਕਿਹੜਾ ਵਿਕਲਪ ਸਹੀ ਹੈ। ਇੱਥੋਂ ਦੀ ਮੈਗਨੈਟਿਕ ਫੀਲਡ ਲਾਈਨਸ ਪਾਸ ਨਹੀਂ ਕਰਦੀਆਂ, ਚੁੰਬਕੀ ਵੱਲ ਰੇਖਾਵਾਂ ਪਾਸ ਨਹੀਂ ਕਰਦੀਆਂ, ਤਾਂ C 'ਤੇ ਸਭ ਤੋਂ ਘੱਟ ਹੋਊਗਾ, ਜਾਂ ਆਪਾਂ ਕਹਿ ਲਈਏ C 'ਤੇ 0 ਹੀ ਹੋਊਗਾ, ਠੀਕ ਹੈ। C 'ਤੇ ਸਭ ਤੋਂ ਘੱਟ ਹੋਊਗਾ। ਉਦੋਂ ਬਾਅਦ ਇੱਥੇ ਮੈਗਨੈਟਿਕ ਫੀਲਡ ਲਾਈਨ ਚੁੰਬਕੀ ਖੇਤਰ ਰੇਖਾਵਾਂ ਜ਼ਿਆਦਾ ਨੇ, ਇੱਥੇ ਸਭ ਤੋਂ ਜ਼ਿਆਦਾ ਹੋਏਗਾ, ਮਤਲਬ ਬਿੰਦੂ B 'ਤੇ ਸਭ ਤੋਂ ਵੱਧ ਹੋਏਗਾ ਅਤੇ ਬਿੰਦੂ C 'ਤੇ ਸਭ ਤੋਂ ਘੱਟ ਹੋਏਗਾ। ਭੂ ਮੱਧ ਰੇਖਾ 'ਤੇ ਉੱਤਰੀ ਧਰੁਵ 'ਤੇ H ਉਚਾਈ 'ਤੇ ਉੜਦੇ ਹਵਾਈ ਜਹਾਜ਼ ਤੋਂ ਇੱਕੋ ਜਿਹੇ ਪੈਕਟ ਸੁੱਟੇ ਜਾਂਦੇ ਹਨ। ਜੇਕਰ GE ਅਤੇ GP ਕ੍ਰਮਵਾਰ ਇਹਨਾਂ ਸਥਾਨਾਂ ਦੇ ਗੁਰਤਾ ਪ੍ਰਵੇਗ ਹੋਣ, T1 ਅਤੇ T2 ਕ੍ਰਮਵਾਰ ਪੈਕਟਾਂ ਦਾ ਧਰਤੀ ਦੇ ਤਲ 'ਤੇ ਪਹੁੰਚਣ ਲਈ ਲੱਗਣ ਵਾਲਾ ਸਮਾਂ ਹੋਵੇ, ਤਾਂ ਸਾਰੀਆਂ ਸੰਭਾਵਨਾਵਾਂ ਇੱਕ ਸਵਾਰ ਹੋਣ 'ਤੇ ਹੇਠ ਲਿਖੇ ਵਿੱਚ ਕਿਹੜਾ ਕਥਨ ਸਹੀ ਹੋਏਗਾ। ਕਿਹੜਾ ਕਥਨ ਸਹੀ ਹੋਏਗਾ ਵੀ, ਦੇਖੋ ਪਹਿਲਾਂ ਤਾਂ ਗ੍ਰੈਵਿਟੀ ਹੈ ਜਿਹੜੀ, ਗੁਰਤਾ ਪ੍ਰਵੇਗ ਉਹ ਪੋਲ 'ਤੇ ਜ਼ਿਆਦਾ ਹੁੰਦਾ ਹੈ, ਇਕੁਏਟਰ ਨਾਲੋਂ ਪੋਲ 'ਤੇ ਜ਼ਿਆਦਾ ਹੁੰਦਾ, ਮਤਲਬ ਧਰੁਵਾਂ 'ਤੇ ਜ਼ਿਆਦਾ ਹੁੰਦਾ। ਭੂ ਮੱਧ ਰੇਖਾ ਨਾਲੋਂ ਧਰੁਵਾਂ 'ਤੇ ਜ਼ਿਆਦਾ ਹੁੰਦਾ। ਇਹ ਗੱਲ ਦਾ ਤੁਸੀਂ ਧਿਆਨ ਰੱਖਣਾ ਵੀ ਜਦੋਂ ਵੀ ਤੁਹਾਨੂੰ ਇਹ ਆਉਂਦਾ ਹੈ ਤਾਂ ਇਹ ਆਪਾਂ ਨੂੰ ਹੋਵੇ ਧਿਆਨ 'ਚ ਵੀ ਧਰੁਵਾਂ 'ਤੇ ਕੀ ਹੁੰਦਾ ਵੀ ਜ਼ਿਆਦਾ ਹੁੰਦਾ। ਹੁਣ ਦੇਖੋ ਜੇ ਗੁਰਤਾ ਪ੍ਰਵੇਗ ਜ਼ਿਆਦਾ ਹੈ P 'ਤੇ, ਧਰੁਵਾਂ 'ਤੇ ਗੁਰਤਾ ਪ੍ਰਵੇਗ ਜ਼ਿਆਦਾ ਹੈ, ਠੀਕ ਹੈ, ਤਾਂ ਉੱਥੇ ਟਾਈਮ ਆ ਜਿਹੜਾ ਉਹ ਘੱਟ ਲੱਗੂਗਾ, ਹੈ ਨਾ।
टाइम घट लगूगा ना। अच्छा T1 ਤੇ T2 ਧਰਤੀ 'ਤੇ ਪਹੁੰਚਣ ਲਈ ਲੱਗਣ ਵਾਲਾ ਸਮਾਂ ਹੋਵੇ। ਇਕੁਏਟਰ ਲਈ ਕੀ ਹੈ ਵੀ T1 ਹੈ ਅਤੇ T2 ਪੋਲ ਲਈ ਹੈ, ਤਾਂ ਫਿਰ T2 ਘੱਟ ਹੋਊਗਾ ਅਤੇ ਪੋਲ 'ਤੇ ਜ਼ਿਆਦਾ ਹੋਊ, ਮਤਲਬ ਪਹਿਲੀ ਆਪਸ਼ਨ ਇਹਦੇ ਲਈ ਸਹੀ ਬਣੇਗੀ। ਧਾਤਾਂ ਦੀ ਚਮਕ ਹੁੰਦੀ ਹੈ, ਇਸ ਦਾ ਕਾਰਨ ਹੈ ਉਸਦੀ ਉੱਚ ਘਣਤਾ, ਉਸਦੀ ਜ਼ਿਆਦਾ ਪੋਲਿਸ਼, ਉਸਦੀ ਰਸਾਇਣਿਕ ਉਦਾਸੀਨਤਾ, ਮੁਕਤ ਜਾਂ ਸੁਤੰਤਰ ਇਲੈਕਟ੍ਰੋਨਾਂ ਦੀ ਮੌਜੂਦਗੀ, ਪ੍ਰੈਜੈਂਸ ਆਫ ਫ੍ਰੀ ਇਲੈਕਟ੍ਰੋਨ। ਦਿਸ ਇਜ਼ ਦਾ ਕਰੈਕਟ ਆਪਸ਼ਨ। ਫੋਰਥ ਆਪਸ਼ਨ ਇਹਦੇ ਲਈ ਸਹੀ ਹੈ ਬੇਟਾ। ਕਾਪਰ ਸਲਫੇਟ ਦੇ ਘੋਲ ਨੂੰ ਕਿਸ ਧਾਤ ਦੇ ਬਣੇ ਬਰਤਨ ਵਿੱਚ ਸੁਰੱਖਿਅਤ ਰੱਖਿਆ ਜਾ ਸਕਦਾ ਹੈ? ਕਿਸ 'ਚ ਰੱਖਿਆ ਜਾ ਸਕਦਾ ਹੈ? ਸਿਲਵਰ। ਇਹਦੇ ਨਾਲ ਇਹ ਰਿਐਕਸ਼ਨ ਨਹੀਂ ਕਰਦਾ। ਉਦੋਂ ਅੱਗੇ ਦੋ ਪਰਮਾਣੂ ਨੂੰ ਸਮਭਾਰਕ ਕਿਹਾ ਜਾਂਦਾ ਹੈ, ਆਈਸੋਵਾਰਸ ਕਿਹਾ ਜਾਂਦਾ ਹੈ। ਕਦੋਂ ਕਿਹਾ ਜਾਂਦਾ ਵੀ ਜੇਕਰ ਉਹਨਾਂ ਵਿੱਚ ਪ੍ਰੋਟੋਨਾਂ ਅਤੇ ਨਿਊਟਰੋਨਾਂ ਦਾ ਜੋੜ ਆ ਜਿਹੜਾ ਉਹ ਕੀ ਹੋਵੇ? ਸਮਾਨ ਹੋਵੇ। ਪ੍ਰੋਟੋਨ ਅਤੇ ਨਿਊਟਰੋਨ ਆ ਜਿਹੜੇ ਉਹ ਕੀ ਬਣ ਜਾਣ? ਸਮਾਨ ਬਣਨਗੇ, ਤਾਂ ਫੇਰ ਹੀ ਆਪਾਂ ਉਹਨਾਂ ਨੂੰ ਕਹਾਂਗੇ ਠੀਕ ਹੈ ਵੀ ਉਹ ਕੀ ਹੈ? ਸੰਪਾਰਕ ਨੇ। ਪ੍ਰੋਟੋਨਾਂ ਦੀ ਗਿਣਤੀ ਅਸਮਾਨ ਹੋਵੇ। ਚੌਥੀ ਆਪਸ਼ਨ ਇਹਦੇ ਲਈ ਸਹੀ ਬਣੇਗੀ। ਦੇਖਣਯੋਗ ਬ੍ਰਹਿਮੰਡ ਦੇ ਵਿੱਚ ਅਨੁਮਾਨਿਤ ਤਾਦਿਕਾਤ 22 ਤਾਰੇ ਹਨ। ਦੇਖਣਯੋਗ ਬ੍ਰਹਿਮੰਡ ਤਾਰਿਆਂ ਦੇ ਕੁੱਲ ਕਿੰਨੇ ਮੋਲ ਹਨ? ਠੀਕ ਹੈ ਵੀ ਇਹ ਆਪਾਂ ਦੱਸਣਾ। ਚਲੋ ਇਹ ਆਪਾਂ ਦੱਸਣਾ ਵੀ ਕਿੰਨੇ ਨੇ ਤਾਰੇ। ਆਪਾਂ ਨੂੰ ਇੰਨੇ ਦਿੱਤੇ ਨੇ ਕੁੱਲ, ਠੀਕ ਹੈ। ਗਿਣਤੀ ਆਪਾਂ ਨੂੰ ਦੇ ਰੱਖੀ ਹੈ। ਆਪਾਂ ਨੂੰ ਪਤਾ ਵੀ 1 ਮੋਲ ਦੇ ਵਿੱਚ, ਜਾਂ ਆਪਾਂ ਲਿਖੀਏ 6.022 ਗੁਣਾ 10⁻23 ਕਣ ਹੁੰਦੇ ਨੇ ਕਿੰਨੇ 'ਚ? 1 ਮੋਲ 'ਚ। 1 ਕਣ ਕਿੰਨੇ 'ਚ ਹੋਊਗੀ? 1.000 10⁻23 ਠੀਕ ਹੈ। 10⁻22 ਤਾਰਿਆਂ ਲਈ ਕਿੰਨੇ ਹੋਣਗੇ ਮੋਲ? 10⁻22 ਨਾਲ ਗੁਣਾ ਕਰ ਦਾਂਗੇ। 6.022 ਗੁਣਾ 10⁻23। ਅੱਗੇ ਇਹ ਉੱਪਰ ਵਾਲੀ ਜਗ੍ਹਾ ਮਾਈਨਸ ਹੋ ਜਾਏਗਾ, ਠੀਕ ਹੈ। ਜਦੋਂ ਇਹਨੂੰ ਆਪਾਂ ਹੱਲ ਕਰਾਂਗੇ ਇਹ ਬਣ ਜੂਗਾ ਬੇਟਾ 0.0166 ਮੋਲ। ਤਾਂ ਇੰਨੇ ਮੋਲ ਇਹਨਾਂ ਦੇ ਵਿੱਚ ਤਾਰਿਆਂ ਦੇ ਵਿੱਚ ਹੋਣਗੇ, ਠੀਕ ਹੈ। ਇਸ ਲਈ ਸੀ ਆਪਸ਼ਨ, ਤੀਜੀ ਆਪਸ਼ਨ ਇਸ ਲਈ ਸਹੀ ਬਣੇਗੀ। ABCDE ਤੱਤ ਜਿਨ੍ਹਾਂ ਦੇ ਕ੍ਰਮਵਾਰ ਪਰਮਾਣੂ ਅੰਕ 1 3 7 10 11 ਹਨ, ਇਹਨਾਂ ਵਿੱਚੋਂ ਤੱਤਾਂ ਦਾ ਕਿਹੜਾ ਸੈੱਟ ਕ੍ਰਮਵਾਰ ਇੱਕ ਹੀ ਪੀਰੀਅਡ ਤੇ ਇੱਕ ਹੀ ਗਰੁੱਪ ਨਾਲ ਸੰਬੰਧ ਰੱਖਦਾ ਹੈ? ਤੀਜੀ ਆਪਸ਼ਨ ਇਹਦੇ ਲਈ ਸਹੀ ਬਣੇਗੀ BCD 3 7 10। 3 ਤੇ ਲੀਥੀਅਮ, ਠੀਕ ਹੈ। 7 ਤੇ ਨਾਈਟ੍ਰੋਜਨ, ਨਿਓਨ। ਇਹ ਸਾਰੇ ਇੱਕੋ ਪੀਰੀਅਡ ਦੇ ਵਿੱਚ ਆਉਂਦੇ ਨੇ। ਅਤੇ ਉਸ ਤੋਂ ਬਾਅਦ ABE, A ਮਤਲਬ ਹਾਈਡਰੋਜਨ, B ਲੀਥੀਅਮ, ਠੀਕ ਹੈ। ਉਸ ਤੋਂ ਬਾਅਦ ਸੋਡੀਅਮ। ਇਹ ਤਿੰਨੇ ਇੱਕ ਗਰੁੱਪ ਦੇ ਵਿੱਚ ਆਉਂਦੇ ਨੇ, ਮਤਲਬ ਤੀਜੀ ਆਪਸ਼ਨ ਇਹਦੇ ਲਈ ਸਹੀ ਆ। ਹੇਠਾਂ ਦਿੱਤਿਆਂ ਇੱਕ ਅਤੇ ਦੋ ਦੇ ਸਮਾਨ ਅਣਵੀ ਸੂਤਰਾਂ ਪਰ ਰਚਨਾਵਾਂ ਭਿੰਨ ਭਿੰਨ, ਇਹਨਾਂ ਨੂੰ ਕੀ ਕਹਿੰਦੇ ਆ ਬੇਟਾ ਆਪਾਂ? ਜਿਹੜੇ ਬਣੇ ਹੋਏ ਆ ਡਾਇਗਰਾਮ, ਬਣਤਰੀ ਸਮੰਗਕ, ਸਟਰਕਚਰਲ ਆਈਸੋਮਰ। ਤੱਤ X ਦਾ ਆਕਸਾਈਡ X2O3 ਬਣਾਉਂਦਾ ਹੈ। ਤੱਤ ਆ ਜਿਹੜਾ X, ਉਹ ਆਕਸਾਈਡ X2O3 ਬਣਾਉਂਦਾ ਹੈ। ਇਹ ਤੱਤ ਮੈਂਡਲੀਫ ਦੀ ਕਿਹੜੀ ਆਵਰਤੀ ਸਾਰਣੀ ਨਾਲ ਰੱਖਿਆ ਗਿਆ? ਕਿਹੜੀ 'ਚ ਰੱਖਿਆ ਗਿਆ ਵੀ? ਗਰੁੱਪ ਤੀਜੇ ਦੇ ਵਿੱਚ। ਉਦੋਂ ਅਗਲਾ ਕੁਐਸਚਨ, ਹੇਠ ਲਿਖੀ ਰਸਾਇਣਕ ਕਿਰਿਆ ਵਿੱਚ 3 ਮੈਗਨੀਸ਼ੀਅਮ, ਇਹ ਰਸਾਇਣਕ ਕਿਰਿਆ ਦੇਖੋ ਬੇਟਾ ਆਪਾਂ ਨੂੰ ਦਿੱਤੀ ਹੋਈ ਹੈ। ਇਹਦੇ ਵਿੱਚੋਂ ਆਕਸੀਕਾਰਕ ਕਿਹੜਾ ਹੈ? ਆਕਸੀਕਾਰਕ ਉਹ ਹੋਊਗਾ ਜਿਹਦਾ ਲਘੂਕਰਨ ਹੋਇਆ ਹੋਊਗਾ। ਦੇਖੋ ਇਹਦੇ ਵਿੱਚ ਆਕਸੀਜਨ ਲੱਗੀ ਸੀ, ਆਕਸੀਜਨ ਨਿਕਲ ਗਈ, ਹੈ ਨਾ। ਆਕਸੀਜਨ ਨਿਕਲ ਗਈ। ਆਕਸੀਜਨ ਦਾ ਨਿਕਲਣਾ ਮਤਲਬ ਕੀ ਹੁੰਦਾ? ਆਕਸੀਜਨ ਨਿਕਲ ਜਾਣੀ, ਉਹਦਾ ਮਤਲਬ ਕੀ ਹੁੰਦਾ? ਲਘੂਕਰਨ। ਮਤਲਬ ਇਹ ਕੀ ਆ? ਆਕਸੀਕਾਰਕ ਦਾ ਕੰਮ ਕਰਦਾ ਹੈ। ਹੇਠ ਲਿਖਿਆਂ ਦੇ ਵਿੱਚੋਂ ਕਿਹੜਾ ਕੀਟੋਨ ਕਿਰਿਆਤਮਕ ਸਮੂਹ ਨੂੰ ਦਰਸਾਉਂਦਾ ਹੈ? ਕਿਹੜਾ ਦਰਸਾਉਂਦਾ ਬੇਟਾ? ਪਹਿਲੀ ਆਪਸ਼ਨ ਕੀਟੋਨ ਕਿਰਿਆਤਮਕ ਸਮੂਹ ਨੂੰ ਦਰਸਾਉਂਦੀ ਹੈ, ਜਿੱਥੇ R ਅਲਕਾਇਲ ਹੈ। 20 ਗ੍ਰਾਮ ਪਾਣੀ ਨੂੰ ਮੋਲ ਵਿੱਚ ਬਦਲੋ। ਮੋਲ ਕੀ ਹੁੰਦਾ? ਮੋਲਰ ਮਾਸ ਅਤੇ ਮੋਲੀਕੂਲਰ ਮਾਸ। ਮੋਲਰ ਪੁੰਜ ਅਤੇ ਉਹਦਾ ਸਾਪੇਖ ਪੁੰਜ। ਅਸਲੀ ਪੁੰਜ ਕਿੰਨਾ ਵੀ ਅਸਲੀ 18 ਹੁੰਦਾ। ਦੇਖ ਲਓ H2O, ਹਾਈਡਰੋਜਨ ਦਾ 2 ਹਾਈਡਰੋਜਨਾਂ ਨੇ, ਆਕਸੀਜਨ 16, ਤਾਂ 16 ਤੋਂ 18 ਇਹਨੂੰ ਕੱਟ ਦਾਂਗੇ ਆਪਾਂ 1.11 ਮੋਲ ਇਹਦੇ ਵਿੱਚ ਹੋਣਗੇ। ਇਹਦੇ ਲਈ ਚੌਥੀ ਆਪਸ਼ਨ ਸਹੀ ਬਣੂਗੀ।
ਉਹ ਧਾਤਾਂ ਜੋ ਆਕਸੀਜਨ ਨਾਲ ਕਿਰਿਆ ਕਰਕੇ ਐਂਫੋਟੈਰਿਕ ਆਕਸਾਈਡ ਬਣਾਉਂਦੀਆਂ ਹਨ, ਕਿਹੜੀਆਂ ਨੇ ਬੇਟਾ? ਉਹ ਐਲੂਮੀਨੀਅਮ ਅਤੇ ਜ਼ਿੰਕ। ਤੱਤ ਐਕਸ ਦੇ ਦੋ ਆਕਸਾਈਡ XO ਅਤੇ XO2 ਬਣਾਉਂਦਾ ਹੈ। XO ਆਕਸਾਈਡ ਉਦਾਸੀਨ ਹੈ, XO2 ਤੇਜ਼ਾਬੀ ਆਕਸਾਈਡ ਹੈ। ਤੱਤ ਐਕਸ ਇਹਨਾਂ ਵਿੱਚੋਂ ਕਿਹੜਾ ਤੱਤ ਹੈ? ਕਾਰਬਨ। ਕਾਰਬਨ ਮੋਨੋਆਕਸਾਈਡ ਤਾਂ ਨਿਊਟਰਲ ਹੈ, ਮਤਲਬ ਉਦਾਸੀਨ ਹੈ। ਕਾਰਬਨ ਡਾਈਆਕਸਾਈਡ ਆ ਜਿਹੜੀ ਉਹ ਤੇਜ਼ਾਬੀ ਹੈ। ਠੀਕ ਹੈ ਬੇਟਾ। ਹੇਠ ਲਿਖਿਆਂ ਜੋ ਕਿਹੜਾ ਜੌਹਰ ਉਡਾਉਣਾ ਕਿਰਿਆ ਨੂੰ ਨਹੀਂ ਦਰਸਾਉਂਦਾ? ਕਿਹੜਾ ਨਹੀਂ ਦਰਸਾਉਂਦਾ? ਆਪਸ਼ਨ 2 ਸਿਲਿਕਾ। ਇਹ ਜੌਹਰ ਉਡਾਉਣਾ ਕਿਰਿਆ ਨੂੰ ਨਹੀਂ ਦਰਸਾਉਂਦਾ। ਅਗਲਾ ਕੁਐਸਚਨ, ਗਾਰਡ ਸੈੱਲ ਪ੍ਰਕਾਸ਼ ਸੰਸਲੇਸ਼ਨ ਕਰ ਸਕਦੇ ਹਨ ਕਿਉਂਕਿ ਉਹਨਾਂ ਕੋਲ ਹੈ ਸੈੱਲ ਦਰਵ, ਕੇਂਦਰਕ ਅਤੇ ਕਲੋਰੋਪਲਾਸਟ। ਮੇਨ ਕਲੋਰੋਪਲਾਸਟ ਆ ਉਹਨਾਂ ਕੋਲ। DNA ਸੈੱਲ ਦੇ ਕੇਂਦਰਕ ਅਤੇ ਮਾਈਟੋਕਾਂਡਰੀਆ ਵਿੱਚ ਮੌਜੂਦ ਹੁੰਦਾ ਹੈ। A ਅਤੇ B ਮਾਦਾ ਪ੍ਰਜਨਨ ਪ੍ਰਣਾਲੀ ਦੇ ਦੋ ਅੰਗ ਹਨ। A ਦਾ ਕੰਮ ਭਰੂਣ ਦਾ ਪੋਸ਼ਣ ਕਰਨਾ ਹੈ, B ਵਿੱਚ ਸ਼ੁਕਰਾਣੂ ਅੰਡੇ ਨਾਲ ਟਕਰਾਉਂਦੇ ਹਨ। A ਅਤੇ B ਦੇ ਕੀ ਨਾਮ ਹਨ? ਕੀ ਹੈ ਵੀ? ਭਰੂਣ ਦਾ ਪੋਸ਼ਣ ਕਰਨਾ ਕਿਹਦਾ ਕੰਮ ਹੈ? ਬੱਚੇਦਾਨੀ ਦਾ। ਤੇ ਸ਼ੁਕਰਾਣੂ ਅੰਡੇ ਨਾਲ ਕਿੱਥੇ ਟਕਰਾਉਂਦੇ ਨੇ? ਅੰਡ ਵਹਿਣੀ ਦੇ ਵਿੱਚ ਟਕਰਾਉਂਦੇ ਹਨ। ਹੇਠ ਲਿਖਿਆਂ ਵਿੱਚੋਂ ਕਿਹੜੀ ਬਿਮਾਰੀ ਵਿਸ਼ਾਣੂਆਂ ਦੁਆਰਾ ਨਹੀਂ ਹੁੰਦੀ? ਕਿਹੜੀ ਨਹੀਂ ਹੁੰਦੀ ਵੀ? TB। TB ਹੈ ਜਿਹੜੀ ਉਹ ਜੀਵਾਣੂਆਂ ਦੁਆਰਾ ਹੁੰਦੀ ਆ। ਡੇਂਗੂ, ਖਾਂਸੀ, ਏਡਸ ਇਹ ਸਾਰੇ ਵਿਸ਼ਾਣੂਆਂ ਦੁਆਰਾ ਹੁੰਦੇ। ਹੇਠ ਲਿਖਿਆਂ ਵਿੱਚੋਂ ਕਿਹੜਾ ਟਿਸ਼ੂ ਪੌਦਿਆਂ ਵਿੱਚੋਂ ਜਾਂ ਲਚਕੀਲਾਪਣ ਪੈਦਾ ਕਰਦਾ ਹੈ? ਕਿਹੜਾ ਵੀ? ਕੋਲਨ ਕਾਇਮਾ ਟਿਸ਼ੂ। ਦੋਹਰਾ ਨਿਸ਼ੇਚਨ ਕਿਸ ਦਾ ਗੁਣ ਹੈ? ਡਬਲ ਫਰਟੀਲਾਈਜੇਸ਼ਨ ਇਜ਼ ਦਾ ਕਰੈਕਟਰਿਸਟਿਕ ਆਫ। ਫੁੱਲਾਂ ਵਾਲੇ ਪੌਦੇ ਹੁੰਦੇ ਆ ਜਿਹੜੇ ਉਹਨਾਂ 'ਚ ਹੁੰਦਾ, ਮਤਲਬ ਐਂਜੀਓਸਪਰਮ 'ਚ ਹੁੰਦਾ। ਮੈਂਡਲ ਦੁਆਰਾ ਅਧਿਐਨ ਵਿੱਚ ਮਟਰ ਦੇ ਪੌਦੇ ਦੇ ਕਿਹੜੇ ਲੱਛਣਾਂ ਨੂੰ ਨਹੀਂ ਲਿਆ ਗਿਆ? ਫੁੱਲ ਦੀ ਬਣਤਰ ਨੂੰ ਨਹੀਂ ਲਿਆ ਗਿਆ। ਠੀਕ ਹੈ ਬੇਟਾ। ਅਗਲਾ ਕੁਐਸਚਨ, ਦਿਮਾਗ ਦਾ ਕਿਹੜਾ ਹਿੱਸਾ ਲਾਰ ਆਉਣਾ ਅਤੇ ਲਹੂ ਦੇ ਦਬਾਅ ਦਾ ਕੰਟਰੋਲ ਕਰਦਾ ਹੈ? ਮੈਡੂਲਾ ਕਰਦਾ ਹੈ। ਫੁੱਲਾਂ ਅਤੇ ਫਲਾਂ ਵਿੱਚ ਜ਼ਿਆਦਾਤਰ ਕਿਹੜੇ ਪਲਾਸਟਿਡ ਹੁੰਦੇ ਹਨ? ਕਿਹੜੇ ਹੁੰਦੇ ਨੇ ਵੀ? ਕ੍ਰੋਮੋਪਲਾਸਟਿਡ ਹੁੰਦੇ ਨੇ। ਐਨੀਲੀਡਾ ਵਿੱਚ ਕਿਹੜੇ ਮਲ ਤਿਆਗ ਅੰਗ ਮਿਲਦੇ ਹਨ? ਨੈਫੀਡੀਆ ਐਨੀਲੀਡਾ ਵਿੱਚ ਮਲ ਤਿਆਗ ਅੰਗ ਮਿਲਦੇ ਹਨ। ਸੈੱਲ ਦੇ ਅੰਦਰ ਪ੍ਰੋਟੀਨ ਸੰਸਲੇਸ਼ਨ ਕਿੱਥੇ ਹੁੰਦਾ ਹੈ? ਸੈੱਲ ਦੇ ਅੰਦਰ ਪ੍ਰੋਟੀਨ ਸੰਸਲੇਸ਼ਨ ਰਾਈਬੋਸੋਮਸ ਹੁੰਦਾ ਹੈ। ਗੁਰਦੇ ਦੇ ਕਿਹੜੇ ਹਿੱਸੇ ਵਿੱਚ ਗਲੂਕੋਜ਼ ਜਬਜ਼ ਹੁੰਦਾ ਹੈ? ਕੀ 'ਚ ਹੁੰਦਾ ਵੀ? ਪ੍ਰੋਕਸੀਮਲ ਕਨਵੋਲਿਊਟਡ ਟਿਊਬ। ਨੇੜੇ ਪ੍ਰੋਕਸੀਮਲ ਕਨਵੋਲਿਊਟਡ ਟਿਊਬਲ ਦੇ ਵਿੱਚ ਹੁੰਦਾ ਹੈ। ਜੀਨ ਕਿਸ ਦੇ ਬਣੇ ਹੋਣ? ਕਾਫੀ ਇੰਪੋਰਟੈਂਟ ਹੈ, ਤੁਹਾਨੂੰ ਪਤਾ ਹੀ ਹੋਣਾ। DNA ਦੇ ਬਣੇ ਹੁੰਦੇ, RNA ਦੇ। ਪੋਲੀਨਿਊਕਲੀਓਟਾਈਡਸ ਉਹਨਾਂ ਨੂੰ ਬੋਲਦੇ ਨੇ। ਹੇਠ ਲਿਖਿਆਂ ਵਿੱਚੋਂ ਸਮਰੂਪੀ ਅੰਗਾਂ ਦੀ ਪਛਾਣ ਕਰੋ, ਚੋਣ ਕਰੋ। ਕਿਹੜੇ ਹੁੰਦੇ ਆ ਵੀ? ਚਮਗਾਦੜ ਅਤੇ ਪੰਛੀਆਂ ਦੇ ਖੰਭ ਸਮਰੂਪ ਹੁੰਦੇ ਨੇ। ਹਾਂਜੀ ਬੇਟਾ, ਇਹ ਸੀਗਾ ਤੁਹਾਡਾ ਸਾਇੰਸ ਪਾਰਟ, ਜਿਹਦੇ ਵਿੱਚ ਆਪਾਂ ਸਾਇੰਸ ਵਿਸ਼ੇ ਦੇ 40 ਕੁਐਸਚਨ ਤੁਹਾਡੇ ਨਾਲ ਡਿਸਕਸ ਕੀਤੇ ਆ ਬੇਟਾ। ਅਤੇ ਉਮੀਦ ਆ ਤੁਹਾਨੂੰ ਇਹ ਸਾਰੇ ਪ੍ਰਸ਼ਨ ਜਿਹੜੇ ਉਹ ਸਮਝ ਆ ਗਏ ਹੋਣਗੇ। ਥੈਂਕ ਯੂ।